ਇਸ ਜਿਹੜੀ ਸਪੈਸ਼ਲ ਕੈਂਪੇਨ ਸੀ ਇਹਦੇ ਵਿੱਚ 141 ਪੀਓਜ਼ ਜਿਹੜੇ ਨੇ 141 ਪੀਓਜ਼ NDPS ਐਕਟ ਦੇ ਅਲੱਗ-ਅਲੱਗ ਜ਼ਿਲ੍ਹਿਆਂ ਨੇ ਫੜੇ ਆ, ਜਿਹੜੀ ਕਿ ਵਧੀਆ ਅਚੀਵਮੈਂਟ ਆ। ਔਰ ਇਹ ਜਿਹੜਾ ਕੈਂਪੇਨ ਆ ਅਗੇਂਸਟ ਪੀਓਜ਼ ਜਿਹੜੇ ਭਗੌੜੇ ਨੇ ਜਿਹੜੇ, ਉਹ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ ਅੱਗੇ ਫਰਦਰ ਫਿਊਚਰ ਦੇ ਵਿੱਚ। ਇਹਦੀ ਇੱਕ ਦੋ ਹੋਰ ਚੀਜ਼ਾਂ 'ਤੇ ਫੋਕਸ ਕੀਤਾ ਗਿਆ ਹੈ ਕਿ ਕਿਉਂਕਿ ਡਰੱਗਸ ਦੀ ਇਨਫੋਰਸਮੈਂਟ ਜਿਹੜੀ ਆ ਉਹ ਬੜੀ ਵਧੀਆ ਹੋ ਰਹੀ ਆ, ਉਹਦੇ ਨਾਲ ਕੁਝ ਇਨੀਸ਼ੀਏਟਿਵਸ ਜਿਹੜੇ ਜ਼ਿਲ੍ਹਿਆਂ ਨੂੰ ਕਿਹਾ ਸੀ ਲੈ ਜਾਣ, ਤਾਂ ਜੋ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਇਸ ਗਲਤ ਰਸਤੇ 'ਤੇ ਜਿਹੜੇ ਜੇ ਕੋਈ ਪਏ ਹੋਏ ਆ ਉਹਨਾਂ ਨੂੰ ਠੀਕ ਰਸਤੇ 'ਤੇ ਤੁਰਿਆ ਜਾਵੇ। ਉਹਦੀ ਏਵਜ ਦੇ ਵਿੱਚ ਬਰਨਾਲਾ ਪੁਲਿਸ ਨੇ ਇੱਕ ਅੰਡਰ 17 ਬਾਸਕਟਬਾਲ ਲੀਗ ਜਿਹੜੀ ਆ ਉਹ ਇੱਕ ਆਰਗੇਨਾਈਜ਼ ਕੀਤੀ ਆ, ਜਿਹਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਯੂਥ ਜਿਹੜੇ ਨੇ ਪਾਰਟਿਸਿਪੇਟ ਕਰ ਰਹੇ ਆ। ਸੋ ਇੱਕ ਉਪਰਾਲਾ ਹੈ ਕਿ ਵੀ ਯੂਥ ਦੀ એનર્ਜੀ ਜਿਹੜੀ ਆ ਉਹ ਪੁਲਿਸ ਵੀ ਇਹਦੇ ਵਿੱਚ ਪ੍ਰੋਐਕਟਿਵਲੀ ਪਾਰਟਿਸਿਪੇਟ ਕਰਕੇ ਉਹਦੀ એનર્ਜੀ ਜਿਹੜੀ ਆ ਉਹ ਚੰਗੇ ਪਾਸੇ ਚੈਨਲਾਈਜ਼ ਕੀਤੀ ਜਾਵੇ। ਇਸੇ ਤਰ੍ਹਾਂ ਮਲੇਰਕੋਟਲਾ ਪੁਲਿਸ ਨੇ ਇੱਕ ਮੁਹਿੰਮ ਚਲਾਈ ਹੈ ਸਾਂਝੀ ਸਾਥ ਨਾਮ ਦੀ, ਜਿਹਦੇ 'ਚ ਉਹਨਾਂ ਨੇ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ SHO ਜਿਹੜੇ ਨੇ ਉਹ ਜਾਂਦੇ ਆ ਸਾਥ ਦੇ ਵਿੱਚ ਜਾ ਕੇ ਯੂਥ ਦੇ ਨਾਲ ਗੱਲਬਾਤ ਕਰਨੀ। ਸਿਮਿਲਰਲੀ ਜਿਹੜੇ ਏਰੀਆਜ਼ ਜ਼ਿਆਦਾ ਅਫੈਕਟਡ ਨੇ ਉੱਥੇ ਈਵਨ ਗਜ਼ਟਡ ਆਫੀਸਰ ਜਿਹੜੇ ਨੇ GOs ਜਿਹੜੇ ਨੇ ਉਹ ਵੀ ਜਾ ਰਹੇ ਆ। ਸੋ ਹੋਰ ਵੀ ਕਈ ਇੱਦਾਂ ਦੇ ਇਨੀਸ਼ੀਏਟਿਵ ਜਿਹੜੇ ਆ ਉਹ ਜ਼ਿਲ੍ਹਾ ਪੁਲਿਸ ਜਿਹੜੇ ਮੁਖੀ ਆ ਉਹਨਾਂ ਨੂੰ ਕਿਹਾ ਗਿਆ ਹੈ ਕਿ ਯੂਥ ਨੂੰ ਇਸ ਪਾਸੇ ਲਾਇਆ ਜਾਵੇ ਤਾਂ ਜੋ ਪੋਜ਼ਿਟਿਵ ਜਿਹੜੀ એનર્ਜੀ ਹੈ ਪੋਜ਼ਿਟਿਵ ਪਾਸੇ ਉਹਨਾਂ ਦੀ એનર્ਜੀ ਯੂਟੀਲਾਈਜ਼ ਹੋਵੇ। ਸੋ ਇਸੇ ਤਰ੍ਹਾਂ ਜਿਹੜਾ ਇਨਫੋਰਸਮੈਂਟ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਇਸ ਵੀਕ ਦੇ ਵਿੱਚ 354 FIR ਦਰਜ ਕੀਤੀਆਂ ਗਈਆਂ ਔਰ 472 ਜਿਹੜੇ ਨੇ ਉਹ ਸਮਗਲਰ ਪੈਡਲਰ ਅਰੈਸਟ ਕੀਤੇ ਆ। ਉਹਦੇ ਵਿੱਚ 36 ਜਿਹੜੇ ਨੇ 36 ਕਮਰਸ਼ੀਅਲ ਕੁਆਂਟਿਟੀ ਦੇ ਕੇਸਿਸ ਆ ਔਰ 52 ਵੱਡੇ ਸਮਗਲਰ ਅਰੈਸਟ ਕੀਤੇ ਆ। ਕਮਰਸ਼ੀਅਲ ਕੁਆਂਟਿਟੀ ਦੇ ਜਿਹੜੇ ਕੇਸਿਸ ਨੇ ਉਹਦੇ 'ਚ ਸਭ ਤੋਂ ਵੱਧ ਕੇਸਿਸ ਮਾਨਸਾ ਦੇ ਵਿੱਚ, ਫਿਰ ਮੋਗਾ ਔਰ ਫਿਰ SAS ਨਗਰ ਮੋਹਾਲੀ ਦੇ ਵਿੱਚ ਦਰਜ ਕੀਤੇ ਆ। ਜਦੋਂ ਆਪਾਂ ਮੀਡੀਅਮ ਕੁਆਂਟਿਟੀ ਦੀ ਗੱਲ ਕਰਦੇ ਹਾਂ ਉਹ ਅੰਮ੍ਰਿਤਸਰ CP ਅੰਮ੍ਰਿਤਸਰ ਦੇ ਵਿੱਚ ਔਰ ਫਿਰ ਕਪੂਰਥਲਾ ਫਿਰ ਪਟਿਆਲਾ ਦੇ ਵਿੱਚ, ਔਰ ਸਮਾਲ ਕੁਆਂਟਿਟੀ ਦੇ ਜਿਹੜੇ ਨੇ ਉਹ ਸ਼ਹੀਦ ਭਗਤ ਸਿੰਘ ਨਗਰ ਬਠਿੰਡਾ ਔਰ ਲੁਧਿਆਣਾ ਦੇ ਵਿੱਚ। ਰਿਕਵਰੀਜ਼ ਦੀ ਗੱਲ ਜਦੋਂ ਆਪਾਂ ਕਰੀਏ ਤਾਂ ਹੈਰੋਇਨ ਦੀ 5 ਕਿਲੋ 535 ਗ੍ਰਾਮ ਦੀ ਰਿਕਵਰੀ ਹੈ, OPM ਦੀ 21 ਕਿਲੋ 904 ਗ੍ਰਾਮ ਦੀ ਰਿਕਵਰੀ ਆ, ਪੋਪੀ ਹਸਕ ਦੀ 580 ਕਿਲੋ ਦੀ ਰਿਕਵਰੀ ਆ, ਗਾਂਜੇ ਦੀ 21 ਕਿਲੋ ਔਰ 505 ਗ੍ਰਾਮ ਦੀ ਰਿਕਵਰੀ ਆ, ਔਰ ਟੈਬਲੇਟਸ ਪੇਲਸ ਇੰਜੈਕਸ਼ਨਸ ਵਗੈਰਾ ਜਿਹੜੇ ਨੇ ਉਹ 1,46,277 ਦੀ ਰਿਕਵਰੀ ਹੈਗੀ ਆ। ਇਸੇ ਤਰ੍ਹਾਂ ਜਿਹੜਾ ਨਾਰਕੋਟਿਕ ਪਾਊਡਰ ਆ ਉਹ 5.8 ਕਿਲੋ ਆ। ਔਰ POs ਦੀ ਜਿੱਦਾਂ ਆਪਾਂ ਗੱਲ ਕਰਦੇ ਹਾਂ ਪੂਰੇ ਮਹੀਨੇ ਦੇ ਵਿੱਚ 141 PO ਫੜੇ ਆ। ਪਿਛਲੇ ਹਫਤੇ ਦੇ ਵਿੱਚ 42 PO 42 ਜਿਹੜੇ PO ਆ NDPS ਐਕਟ ਦੇ ਉਹ ਫੜੇ ਆ। ਔਰ ਇਸ ਦੇ ਉੱਤੇ ਕਾਫੀ ਜ਼ਿਆਦਾ ਫੋਕਸ ਆ ਕਿਉਂਕਿ ਇਹਨਾਂ ਦੇ ਵਿੱਚ ਕਈ ਬਹੁਤ ਪੁਰਾਣੇ POs ਨੇ, ਬੜੀ ਦੇਰ ਤੋਂ ਜਿਹੜੇ ਭਗੌੜੇ ਸੀਗੇ ਉਹਨਾਂ ਦੀਆਂ ਹੁਣ ਲਿਸਟਾਂ ਬਣਾ ਕੇ ਉਹਨਾਂ ਨੂੰ ਡਿਵਾਈਡ ਕੀਤਾ ਗਿਆ ਹੈ ਕਿ ਕਮਰਸ਼ੀਅਲ ਕੁਆਂਟਿਟੀ ਦੇ ਕਿਹੜੇ POs ਆ, ਮੀਡੀਅਮ ਤੇ ਸਮਾਲ ਕੁਆਂਟਿਟੀ ਦੇ POs ਕਿਹੜੇ ਆ। ਉਹਨਾਂ ਦੇ ਉੱਤੇ ਜਿਹੜੇ ਨੇ ਜ਼ਿਲ੍ਹਾ ਪੁਲਿਸ ਉਹਨੂੰ ਅੱਗੇ ਫਰਦਰ ਡਿਵਾਈਡ ਕੀਤਾ ਗਿਆ ਹੈ ਕਿ ਕਿਹੜੇ PO ਆ ਜਿਹੜੇ ਉਸ ਜ਼ਿਲ੍ਹੇ ਦੇ ਰਹਿਣ ਵਾਲੇ ਆ, ਕਿਹੜੇ PO ਆ ਜਿਹੜੇ ਸਟੇਟ ਦੇ ਰਹਿਣ ਵਾਲੇ ਆ, ਔਰ ਕਿਹੜੇ ਆਊਟ ਆਫ ਸਟੇਟ ਦੇ POs ਕਿਹੜੇ ਆ। ਸੋ ਜਦੋਂ ਇਹਨਾਂ ਨੂੰ ਆਪਾਂ ਇਸ ਤਰੀਕੇ ਨਾਲ ਡਿਵਾਈਡ ਕੀਤਾ ਇੱਕ ਪੂਰੀ ਤਰ੍ਹਾਂ ਫੋਕਸਡ ਅਪਰੋਚ ਬਣ ਜਾਂਦੀ ਹੈ ਇੱਕ ਕਿ ਇਹਨਾਂ ਦੇ ਉੱਤੇ POs ਦੇ ਉੱਤੇ ਸਭ ਤੋਂ ਵੱਧ ਜ਼ੋਰ ਦਿੱਤਾ ਜਾਵੇ। ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗਾ ਕਿ ਕਾਨੂੰਨ ਦੇ ਵਿੱਚ ਇੱਕ ਪ੍ਰੋਵੀਜ਼ਨ ਆ, ਕਈ ਵਾਰੀ ਤੁਹਾਡੇ ਤੋਂ ਪੁੱਛਿਆ ਗਿਆ ਨੇ 64A NDPS ਐਕਟ ਦੀ ਇੱਕ ਪ੍ਰੋਵੀਜ਼ਨ ਆ ਕਾਨੂੰਨ ਦੇ ਵਿੱਚ। ਉਹਦੇ ਤਹਿਤ ਜੇ ਕੋਈ ਡਰੱਗਸ ਪੀਂਦਾ ਫੜਿਆ ਜਾਂਦਾ ਹੈ, ਜਿਹਨੂੰ ਜਿਹੜਾ ਦਫਾ 27 NDPS ਐਕਟ ਦੇ ਵਿੱਚ ਆਪਾਂ ਜਿਹਦੇ 'ਚ ਪਰਚਾ ਦਰਜ ਕਰਦੇ ਹਾਂ, ਜਾਂ ਜਿਹਦੇ ਕੋਲੋਂ ਸਮਾਲ ਕੁਆਂਟਿਟੀ ਫੜੀ ਜਾਂਦੀ ਆ, ਉਹਦੇ 'ਚ ਕਾਨੂੰਨ 'ਚ ਪ੍ਰੋਵੀਜ਼ਨ ਹੈ ਕਿ ਜੇਕਰ ਉਹ ਆਪਣਾ ਰੀਹੈਬਲੀਟੇਸ਼ਨ ਕਰਾਉਣਾ ਚਾਹਵੇ, ਰੀਹੈਬਲੀਟੇਸ਼ਨ ਸੈਂਟਰ 'ਤੇ ਜਾ ਕੇ ਕਮਿਟਮੈਂਟ ਕਰੇ ਉਹ ਕਿ ਮੈਂ ਰੀਹੈਬਲੀਟੇਸ਼ਨ ਕਰਾਵਾਂਗਾ, ਤਾਂ ਕਾਨੂੰਨ ਦੇ ਵਿੱਚ ਉਹਨੂੰ ਮੁਆਫੀ ਦੀ ਗੁੰਜਾਇਸ਼ ਹੁੰਦੀ ਹੈ। ਸੋ ਇਸ ਚੀਜ਼ ਨੂੰ, ਇਸ ਪ੍ਰੋਵੀਜ਼ਨ ਨੂੰ ਜਿਹੜੇ ਸਾਡੇ ਨੌਜਵਾਨ ਆ ਜਿਹੜੇ ਆਪ ਇਸ ਕੰਮ ਦੇ ਵਿੱਚ ਜਿਹੜੇ ਸਮਗਲਿੰਗ 'ਚ ਇਨਵੋਲਵ ਨਹੀਂ ਆ ਪਰ ਕਿਸੇ ਤਰੀਕੇ ਦੇ ਨਾਲ ਇਸ ਚੀਜ਼ 'ਚ ਪੈ ਗਏ, ਜਿਨ੍ਹਾਂ 'ਤੇ ਸਮਾਲ ਕੁਆਂਟਿਟੀ ਦੇ ਪਰਚੇ ਦਰਜ ਨੇ ਜਾਂ ਜਿਨ੍ਹਾਂ 'ਤੇ 27 NDPS ਐਕਟ ਦੇ ਪਰਚੇ ਦਰਜ ਨੇ, ਉਹ ਇਸ ਪ੍ਰੋਵੀਜ਼ਨ ਨੂੰ ਯੂਜ਼ ਕਰ ਸਕਦੇ ਆ। ਇੱਕ ਤਾਂ ਉਹਦੀ ਰੀਹੈਬਲੀਟੇਸ਼ਨ ਹੋਏਗੀ, ਦੂਸਰਾ ਕਾਨੂੰਨੀ ਤੌਰ 'ਤੇ ਇਹਦੇ ਵਿੱਚ ਮੁਆਫੀ ਦੀ ਪ੍ਰੋਵੀਜ਼ਨ ਹੁੰਦੀ ਹੈ। ਸੋ 64A NDPS ਐਕਟ ਦਾ ਇੱਕ ਸਪੈਸੀਫਿਕ ਸੈਕਸ਼ਨ ਆ। ਕੁਛ ਵਹਿਮ ਹੁੰਦੇ ਆ ਕਈਆਂ ਨੂੰ ਕਿ ਇਹ ਜੇ ਅਸੀਂ ਮੰਨਾਂਗੇ ਤਾਂ ਇਹਨੂੰ ਕਨਵਿਕਸ਼ਨ ਮੰਨੀ ਜਾਏਗੀ। ਸੋ ਇਹਦਾ ਇਹ ਪਰਪਸ ਨਹੀਂ ਹੁੰਦਾ, ਇਹਦਾ ਪਰਪਸ ਰੀਹੈਬਲੀਟੇਸ਼ਨ ਆ ਬੇਸਿਕਲੀ। ਸੋ ਕਿਸੇ ਤਰ੍ਹਾਂ ਦਾ ਫਿਊਚਰ 'ਚ ਵੀ ਪ੍ਰੋਬਲਮ ਨਹੀਂ ਆਉਂਦੀ। ਇੱਕ ਤਾਂ ਉਹ ਯੂਥ ਰੀਹੈਬਲੀਟੇਟ ਹੋਏਗਾ
ਔਰ ਉਹਦੇ ਵਾਸਤੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਸਰਕਾਰ ਨੇ ਊਟ ਸੈਂਟਰਸ ਬਣਾਏ ਆ, ਰੀਹੈਬਿਲਿਟੇਸ਼ਨ ਸੈਂਟਰਸ ਬਣਾਏ ਆ, ਔਰ ਅਸੀਂ ਜ਼ਿਲ੍ਹਾ ਪੁਲਿਸ ਮੁਖੀ ਜਿੰਨੇ ਵੀ ਹੈਗੇ, ਚਾਹੇ ਉਹ CPs ਨੇ ਚਾਹੇ SSPs ਨੇ, ਉਹਨਾਂ ਨੂੰ ਇਹ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਵੱਧ ਤੋਂ ਵੱਧ ਯੂਥ ਨੂੰ ਊਟ ਸੈਂਟਰਸ ਦੇ ਵਿੱਚ ਔਰ ਰੀਹੈਬਿਲਿਟੇਸ਼ਨ ਸੈਂਟਰਸ ਦੇ ਵਿੱਚ ਦਾਖਲ ਕਰਾਇਆ ਜਾਵੇ, ਕਿਉਂਕਿ ਸਾਡਾ ਮੇਨ ਜਿਹੜਾ ਮਕਸਦ ਆ, ਜਿੱਥੇ ਇਨਫੋਰਸਮੈਂਟ ਆ ਉੱਥੇ ਰੀਹੈਬਿਲਿਟੇਸ਼ਨ ਵੀ ਆ। ਯੂਥ ਨੂੰ ਸਪਲਾਈ ਨਾ ਮਿਲੇ ਔਰ ਨਾਲ ਦੀ ਨਾਲ ਡਿਮਾਂਡ ਵੀ ਘਟੇ ਡਰੱਗਸ ਦੀ। ਸੋ ਡਿਮਾਂਡ ਤਦ ਘਟੇਗੀ ਇਹ ਸਾਡਾ ਯੂਥ ਰੀਹੈਬਿਲਿਟੇਸ਼ਨ ਵਾਲੇ ਪਾਸੇ ਤੁਰੇਗਾ। ਸੋ ਜਿਹੜੀਆਂ ਕਾਨੂੰਨ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਪ੍ਰੋਵੀਜ਼ਨਸ ਆ, ਉਹਦਾ ਮਤਲਬ ਉਸ ਚੀਜ਼ ਦਾ ਯੂਟਿਲਿਟੀ, ਉਹਦੀ ਯੂਟਿਲਾਈਜ਼ ਉਹਨੂੰ ਕਰਨਾ ਚਾਹੀਦਾ। ਤੁਹਾਡੀ ਗੱਲ ਜੇ ਚੱਲ ਰਹੀ ਹੈ, ਇਹਨੂੰ ਥੋੜਾ ਹੋਰ ਕਰ ਦਿਓ। ਜਿਹੜਾ 64A ਆ, ਇਹਦੇ ਚ ਪਰਚਾ ਦਰਜ ਹੋ ਗਿਆ, ਬੰਦਾ ਗ੍ਰਿਫਤਾਰ ਹੋ ਗਿਆ, ਪਰਚਾ ਦਰਜ ਹੋ ਗਿਆ, ਬੰਦਾ ਗ੍ਰਿਫਤਾਰ ਹੋ ਗਿਆ। ਉਹਦੇ ਵਿੱਚ ਉਹਨੂੰ ਮਾਨਯੋਗ ਜੱਜ ਸਾਹਿਬ ਦੇ ਸਾਹਮਣੇ ਲੈ ਕੇ ਜਾਇਆ ਜਾਂਦਾ ਹੈ। ਉਹ ਉੱਥੇ ਇੱਕ ਐਫੀਡੇਵਿਟ ਦੀ ਫਾਰਮ ਦੇ ਵਿੱਚ ਇੱਕ ਕਮਿਟਮੈਂਟ ਦਿੰਦਾ ਹੈ ਕਿ ਮੈਂ ਜੁਡੀਸ਼ਰੀ ਨੂੰ ਕਰੇਗਾ ਜੀ, ਉਹ ਜੱਜ ਸਾਹਿਬ ਦੇ ਸਾਹਮਣੇ ਜਾ ਕੇ ਰਿਕੁਐਸਟ ਕਰੇਗਾ ਕਿ ਮੈਂ ਰੀਹੈਬਿਲਿਟੇਸ਼ਨ ਆਪਟ ਕਰਨਾ ਚਾਹੁੰਦਾ ਵਾਂ। ਸੋ ਜੇ ਉਹ ਰੀਹੈਬਿਲਿਟੇਸ਼ਨ ਆਪਟ ਕਰਦਾ ਹੈ, ਤੇ ਜੇ ਮੰਨ ਲਓ ਰੀਹੈਬਿਲਿਟੇਸ਼ਨ ਆਪਟ ਕਰਨ ਤੋਂ ਬਾਅਦ ਡੀ ਐਡਿਕਸ਼ਨ ਸੈਂਟਰ ਤੇ ਜਾਂਦਾ ਹੈ, ਆਪਣੇ ਆਪ ਨੂੰ ਡਰੱਗਸ ਤੋਂ ਮੁਕਤ ਕਰ ਲੈਂਦਾ ਹੈ, ਕਮਿਟਮੈਂਟ ਪੂਰੀ ਕਰਦਾ ਹੈ, ਟ੍ਰੀਟਮੈਂਟ ਪੂਰੀ ਕਰਦਾ ਹੈ, ਤਾਂ ਉਹ ਕੇਸ ਜਿਹੜਾ ਫਰਦਰ ਉਹਨੂੰ ਕਨਵਿਕਸ਼ਨ ਨਹੀਂ ਹੁੰਦੀ, ਉਸ ਕੇਸ ਤੋਂ ਕੇਸ ਨਹੀਂ ਚੱਲਦਾ, ਡਿਸਚਾਰਜ ਹੋ ਜਾਏਗਾ ਉਹ ਆਟੋਮੈਟਿਕਲੀ। ਪਰ ਉਹਦੇ ਲਈ ਉਹਨੂੰ ਕਮਿਟਮੈਂਟ ਪੂਰੀ ਕਰਨੀ ਪਏਗੀ ਰੀਹੈਬਿਲਿਟੇਸ਼ਨ। ਕੁਆਂਟੀਟੀ ਸਮਾਲ ਕੁਆਂਟੀਟੀ ਹੁੰਦੀ ਆ, ਉਹ ਅਲੱਗ-ਅਲੱਗ ਡਰੱਗ ਦੀ ਅਲੱਗ-ਅਲੱਗ ਕੁਆਂਟੀਟੀ ਹੁੰਦੀ ਆ। ਜਿੱਦਾਂ ਮੈਂ ਇੱਕ ਹੈਰੋਇਨ ਦੀ ਐਗਜ਼ਾਮਪਲ ਦੇ ਸਕਦਾ, 5 ਗ੍ਰਾਮ ਤੋਂ ਥੱਲੇ ਜਿਹੜੀ ਆ ਉਹ ਸਮਾਲ ਕੁਆਂਟੀਟੀ ਹੁੰਦੀ ਆ। ਇਸੇ ਤਰ੍ਹਾਂ ਹਰ ਇੱਕ ਡਰੱਗ ਦੀ ਡਿਫਾਈਨਡ ਆ, ਕੋਈ ਵੀ ਤੁਸੀਂ ਡਰੱਗ ਦੇਖੋਗੇ ਹਰ ਇੱਕ ਦੀ ਡਿਫਾਈਨਡ ਆ। ਜਿੱਦਾਂ ਓਪੀਐਮ ਦੀ 25 ਗ੍ਰਾਮ ਤੋਂ ਥੱਲੇ ਜਿਹੜੀ ਆ ਉਹ ਸਮਾਲ ਕੁਆਂਟੀਟੀ ਆ। ਸਿਮਿਲਰਲੀ ਹਰ ਡਰੱਗ ਦੀ ਇੱਕ ਡਿਫਾਈਨਡ ਆ, ਕਿੰਨੇ ਤੋਂ ਪੋਪੀ ਹਸਕ ਦੀ ਗੱਲ ਕਰਦੇ ਆਪਾਂ, ਉਹਦੀ 1 ਕਿਲੋ ਤੋਂ ਥੱਲੇ ਜਿਹੜੀ ਆ ਸਮਾਲ ਕੁਆਂਟੀਟੀ ਆ। ਸੋ ਇਸੇ ਤਰ੍ਹਾਂ ਕਮਰਸ਼ੀਅਲ ਕੁਆਂਟੀਟੀ ਦੀ ਆਪਾਂ ਗੱਲ ਕਰਦੇ ਸੀ, ਲਾਸਟ ਟਾਈਮ ਗੱਲ ਕੀਤੀ ਸੀ। ਜਿੱਦਾਂ ਹੈਰੋਇਨ ਆ 5 ਗ੍ਰਾਮ ਤੋਂ ਲੈ ਕੇ 250 ਗ੍ਰਾਮ ਤੱਕ ਜਿਹੜੀ ਆ ਉਹ ਮਿਡਲ ਕੁਆਂਟੀਟੀ, ਮੀਡੀਅਮ ਕੁਆਂਟੀਟੀ ਮੰਨੀ ਜਾਂਦੀ ਹੈ। 250 ਗ੍ਰਾਮ ਤੋਂ ਉੱਤੇ ਜਿਹੜੀ ਆ ਉਹ ਕਮਰਸ਼ੀਅਲ ਕੁਆਂਟੀਟੀ ਮੰਨੀ ਜਾਂਦੀ ਹੈ। ਸਿਮਿਲਰਲੀ ਸਜ਼ਾ ਦੀ ਜਦੋਂ ਪ੍ਰੋਵੀਜ਼ਨ ਹੁੰਦੀ ਆ, ਜੇ ਕਮਰਸ਼ੀਅਲ ਕੁਆਂਟੀਟੀ ਹੋਵੇ ਤਾਂ ਉਹਦੀ ਘੱਟ ਤੋਂ ਘੱਟ ਸਜ਼ਾ ਜਿਹੜੀ ਹੈ 10 ਸਾਲ ਦੀ ਹੈ, ਔਰ ਕਮ ਸੇ ਕਮ ਜੁਰਮਾਨਾ ਜਿਹੜਾ ਉਹ 1 ਲੱਖ ਦਾ ਜੁਰਮਾਨਾ ਹੈ। ਸੋ ਜਿਉਂ-ਜਿਉਂ ਕੁਆਂਟੀਟੀ ਕਮਰਸ਼ੀਅਲ ਤੋਂ ਉੱਪਰ ਇੱਕਦਮ ਸਜ਼ਾ ਵੱਧ ਜਾਂਦੀ ਹੈ। ਕਮਰਸ਼ੀਅਲ ਕੁਆਂਟੀਟੀ ਤੋਂ ਉੱਤੇ ਬੇਲ ਵੀ ਨਹੀਂ ਹੋ ਸਕਦੀ, ਉਹਦੀ ਬੇਲ ਦੀਆਂ ਸਪੈਸੀਫਿਕ ਪ੍ਰੋਵੀਜ਼ਨਸ ਆ। ਉਹਦੇ ਵਿੱਚ ਈਵਨ ਜਿਹਨੂੰ ਆਪਾਂ ਡਿਫਾਲਟ ਬੇਲ ਕਹਿੰਦੇ ਹਾਂ ਕਿ ਕਿੰਨੇ ਦਿਨਾਂ ਤੱਕ ਪੁਲਿਸ ਚਲਾਨ ਨਾ ਦੇਵੇ ਤਾਂ ਆਟੋਮੈਟਿਕ ਬੇਲ ਹੁੰਦੀ ਆ। ਕਮਰਸ਼ੀਅਲ ਕੁਆਂਟੀਟੀ 'ਚ ਉਹ ਵੀ 180 ਦਿਨ, ਆਮ ਜੁਰਮਾਂ ਦੇ ਵਿੱਚ ਉਹ 60 ਦਿਨ ਹੁੰਦੇ ਆ ਜਾਂ 90 ਦਿਨ ਹੁੰਦੇ ਆ। ਸੋ ਸਮਾਲ ਕੁਆਂਟੀਟੀ ਦਾ ਮਤਲਬ ਆ ਹੈਰੋਇਨ ਦੀ ਜਦੋਂ ਆਪਾਂ ਗੱਲ ਕਰੀਏ, ਜਿਹਨੂੰ ਚਿੱਟਾ ਆਪਾਂ ਕਹਿ ਦਿੰਦੇ ਹਾਂ, 5 ਗ੍ਰਾਮ ਤੋਂ ਘੱਟ ਜੇ ਕਿਸੇ ਤੋਂ ਫੜੀ ਜਾਂਦੀ ਆ, ਜਾਂ ਬਹੁਤ ਸਾਰਾ ਯੂਥ ਆ, ਬਹੁਤ ਸਾਰੇ ਕੇਸਿਸ ਦਰਜ ਹੁੰਦੇ ਜਿਹਦੇ ਵਿੱਚ ਕੋਈ ਮੌਕੇ ਤੇ ਪੀਂਦੇ ਫੜੇ ਜਾਂਦੇ ਆ, ਉਹ 27 NDPS ਐਕਟ 'ਚ ਹੁੰਦਾ। ਸੋ ਉਹਦੇ ਵਿੱਚ ਇਹ ਪ੍ਰੋਵੀਜ਼ਨ ਹੈਗੀ ਆ। ਉਹ ਰੀਹੈਬਿਲਿਟੇਸ਼ਨ ਦੀ ਜਿਹੜੀ ਪ੍ਰੋਵੀਜ਼ਨ ਹੈ 64A NDPS ਐਕਟ ਦੀ, ਉਹ ਸਾਡੇ ਨੌਜਵਾਨਾਂ ਨੂੰ ਜਿਹੜੇ ਇਸ ਗਲਤ ਸੰਗਤ ਕਰਕੇ ਇਸ ਚੱਕਰ 'ਚ ਪੈ ਗਏ, ਉਹਨਾਂ ਨੂੰ ਯੂਟਿਲਾਈਜ਼ ਕਰਨਾ ਚਾਹੀਦਾ ਉਸ ਚੀਜ਼ ਨੂੰ। ਸਰ ਹੁਣ ਤੱਕ ਕਿਸੇ ਜ਼ਿਲ੍ਹੇ ਦੇ ਵਿੱਚ ਆਈ ਜੀ ਇਦਾਂ ਦੀ ਰਿਕੁਐਸਟ ਜੀ ਨੌਜਵਾਨਾਂ ਨੂੰ? ਨਹੀਂ, ਜਿਹੜੇ ਭਗੌੜੇ ਆ ਉਹਦੇ ਤੇ ਤਾਂ ਸਪੈਸ਼ਲ ਕੈਂਪੇਨ ਜਿੱਦਾਂ ਮੈਂ ਦੱਸਿਆ ਉਹ ਅਸੀਂ ਚਲਾਈ ਹੋਈ ਆ। ਰੈਗੂਲਰ ਉਹਦੀ ਮੋਨੀਟਰਿੰਗ ਹੋ ਰਹੀ ਆ, ਹਰ ਹਫਤੇ, ਹਰ ਰੋਜ਼ ਹੋ ਰਹੀ ਆ। ਬਲਕਿ ਹਰ ਰੋਜ਼ ਕਰੀਬ ਸਾਡੇ 6 ਤੋਂ 7 ਜਿਹੜੇ ਭਗੌੜੇ ਫੜੇ ਜਾ ਰਹੇ। ਜਿੱਦਾਂ ਇਸ ਹਫਤੇ 42 ਫੜੇ ਆ, ਐਵਰੇਜ ਜਿਹੜੀ 6 ਦੀ ਹੈ, ਕਿਸੇ ਦਿਨ 6 ਕਿਸੇ ਦਿਨ 7 ਆ। ਔਰ ਤੁਰੰਤ ਜਦੋਂ ਫੜੇ ਜਾਂਦੇ ਆ, ਕਈ ਦੋ ਤਰ੍ਹਾਂ ਦੇ ਹੁੰਦੇ ਆ। ਇੱਕ ਹੁੰਦੇ 299 ਦੇ, ਉਹਦੇ ਵਿੱਚ ਆਲਰੇਡੀ ਚਲਾਨ ਦਿੱਤਾ ਹੁੰਦਾ ਹੈ। ਚਲਾਨ ਦੇਣ ਤੋਂ ਬਾਅਦ ਉਹ ਡੇਟਸ ਮਿਸ ਕੀਤੀਆਂ ਹੁੰਦੀਆਂ ਕਈਆਂ ਨੇ। ਇੱਕ 82-83 ਦੇ PO ਹੁੰਦੇ, ਉਹਦੇ ਵਿੱਚ ਚਲਾਨ ਜਿਹੜਾ ਵਾ ਉਹ PO ਬੰਦ ਤੋਂ ਬਾਅਦ ਉਹਦੇ 'ਚ ਵੀ ਚਲਾਨ ਦਿੱਤਾ ਹੁੰਦਾ ਹੈ। ਸੋ ਜਦੋਂ ਉਹ ਬੰਦਾ ਫੜਿਆ ਜਾਂਦਾ, ਨਾਲ ਹੀ ਟਰਾਇਲ ਸ਼ੁਰੂ ਹੋ ਜਾਂਦਾ ਵਾ। ਚਲਾਨ ਉਹਦਾ ਆਲਰੇਡੀ ਦਿੱਤਾ ਹੋਇਆ ਜਿੱਥੇ PO ਆ ਬੰਦਾ, ਜਿੱਥੇ ਭਗੌੜਾ ਵਾ। ਔਰ ਜੇ ਕਿਸੇ ਕੇਸ 'ਚ ਨਾ ਦਿੱਤਾ ਹੋਵੇ, ਉਹ ਵੀ ਤੁਰੰਤ ਚਲਾਨ ਦੇਣ ਦੀ ਜਿਹੜੀ ਹੈਗੀ ਹਦਾਇਤਾਂ ਦਿੱਤੀਆਂ। ਸਾਰੇ ਸਭ ਤੋਂ ਜਿਹੜੇ ਤੁਸੀਂ ਭਗੌੜੇ ਫੜੇ ਆ ਜੀ, ਸਭ ਤੋਂ ਜ਼ਿਆਦਾ ਦੇਰ ਵਾਲਾ ਕਿਹੜੇ? ਐਗਜ਼ੈਕਟ ਤਾਂ ਨਹੀਂ ਕਹਿ ਸਕਦਾ, ਪਰ ਇਹਦੇ ਵਿੱਚ ਬਹੁਤ ਸਾਰੇ ਨੇ ਜਿਹੜੇ ਈਵਨ 90s ਦੇ ਵੀ ਹੈਗੇ ਕਈ ਉਹਦੇ ਵਿੱਚ, ਮਤਲਬ 2000 ਤੋਂ ਪਹਿਲਾਂ ਦੇ ਵੀ ਹੈਗੇ ਕਈ ਉਹਦੇ ਵਿੱਚ, ਬਹੁਤ ਪੁਰਾਣੇ ਵੀ ਹੈਗੇ। ਤੇ ਦੂਜੀ ਗੱਲ ਸਰ, ਜਿਹੜੀ ਤੁਸੀਂ ਇਹ ਦੱਸੀ ਆ ਵੀ 64A ਦੇ ਤਹਿਤ ਵੀ ਪ੍ਰੋਵੀਜ਼ਨ ਹੈਗੀ ਆ ਕਿ ਜਿਹੜੇ ਨੌਜਵਾਨ ਨਸ਼ਾ ਕਰਦੇ ਸੀਗੇ ਉਹ ਦੁਬਾਰਾ ਮਤਲਬ ਘਰ ਵਾਪਸੀ ਕਰ ਸਕਦੇ ਆ, ਨਸ਼ਾ ਛੱਡ ਸਕਦੇ। ਕੋਈ ਕਿਸੇ ਜ਼ਿਲ੍ਹੇ ਚੋਂ ਆਈ ਇਦਾਂ ਦੀ ਰਿਕੁਐਸਟ? ਨਹੀਂ, ਉਹ ਆ ਨਹੀਂ ਰਹੀ। ਉਹ ਇਸੇ ਲਈ ਅੱਜ ਤੁਹਾਡੇ ਮੀਡੀਅਮ ਦੇ ਰਾਹੀਂ ਇੱਕ ਵਾਰੀ ਚਾਹੁੰਦੇ ਸੀ, ਕਿਉਂਕਿ ਉਹਦੇ 'ਚ ਕੁਝ ਵਹਿਮ ਭਰਮ ਨੇ।
ਕਈਆਂ ਨੂੰ ਇਹ ਵਹਿਮ ਆ ਕਿ ਵੀ ਇਹਦੇ 'ਚ ਜੇ ਅਸੀਂ ਮੰਨਾਂਗੇ ਤਾਂ ਉਹ ਇਨਸਾਫ ਹੋ ਜਾਏਗਾ। ਉਹ ਇਸ ਕਰਕੇ ਇਹ ਚੀਜ਼ ਨਹੀਂ ਹੁੰਦੀ। ਜਿਹੜੀ ਪ੍ਰੋਵੀਜ਼ਨ ਕਾਨੂੰਨ 'ਚ ਜਿਹੜੀ ਸਾਡੇ ਕਨਸਟੀਟਿਊਸ਼ਨ ਦੇ ਥਰੂ ਜਿਹੜੀ ਪ੍ਰੋਵੀਜ਼ਨ ਬਣੀ ਹੋਈ ਆ ਲਾਅ ਦੇ ਵਿੱਚ, ਉਹ ਪ੍ਰੋਵੀਜ਼ਨ ਜਿਹੜੀ ਆ ਉਹ ਲੋਕਾਂ ਦੀ ਭਲਾਈ ਵਾਸਤੇ ਬਣੀ ਆ ਔਰ ਉਹਨੂੰ ਯੂਟਿਲਾਈਜ਼ ਕਰਨਾ ਚਾਹੀਦਾ ਵਾ। ਸੋ ਇਹ ਇੱਕ ਪ੍ਰੋਵੀਜ਼ਨ ਐਸੀ ਆ ਜਿਹਨੂੰ ਯੂਜ਼ ਨਹੀਂ ਕੀਤਾ ਜਾ ਰਿਹਾ। ਮਤਲਬ ਪਬਲਿਕ ਜਾਂ ਜਿਹੜੇ ਸਾਡਾ ਯੂਥ ਆ ਜਿਹੜੇ ਇਸ ਚੱਕਰ 'ਚ ਪੈ ਜਾਂਦੇ ਆ, ਉਹ ਘੱਟ ਯੂਜ਼ ਕਰਦੇ, ਜਿਹੜਾ ਕਿ ਕਰਨਾ ਚਾਹੀਦਾ ਜੀ। ਤੁਸੀਂ ਕੋਈ ਅਵੇਅਰਨੈਸ ਦੇ ਲਈ ਕੁਝ ਕਰ ਰਹੇ ਹੋ, ਕੋਈ ਪਲਾਨ ਇਸ ਤਰ੍ਹਾਂ? ਇਹਦੇ ਵਿੱਚ 2-3 ਚੀਜ਼ਾਂ ਹੁੰਦੀਆਂ ਜੀ, ਜਿਹਦਾ ਅਵੇਅਰਨੈਸ ਪਹਿਲਾਂ ਤਾਂ ਅੱਜ ਇਹੀ ਹੈ ਤੁਹਾਡੇ ਪਲੇਟਫਾਰਮ ਤੋਂ ਮੈਂ ਚਾਹਾਂਗਾ ਕਿ ਪ੍ਰੋਵੀਜ਼ਨ ਨੂੰ ਤੁਹਾਨੂੰ, ਬਲਕਿ ਅਸੀਂ ਉਹ ਸਪੈਸੀਫਿਕ ਜਿਹੜੀ ਪ੍ਰੋਵੀਜ਼ਨ ਆ 64A ਦੀ, ਉਹ ਸਰਕੂਲੇਟ ਵੀ ਕਰ ਦਾਂਗੇ ਹੁਣੇ ਥੋੜ੍ਹੀ ਦੇਰ 'ਚ ਕਾਨੂੰਨ ਉਹਦੇ 'ਚੋਂ ਕੱਢ ਕੇ ਐਕਟ ਦੇ ਵਿੱਚੋਂ ਕਿ ਕੀ ਪ੍ਰੋਵੀਜ਼ਨ ਹੈਗੀ ਆ। ਸੋ ਪਹਿਲਾ ਸਟੈਪ ਤਾਂ ਇਹੀ ਆ ਕਿ ਇੱਕ ਵਾਰੀ ਆਪਾਂ ਇਹਨੂੰ ਥੋੜ੍ਹਾ ਜਿਹਾ ਲੋਕਾਂ ਦੇ ਵਿੱਚ ਲੈ ਕੇ ਆਈਏ ਕਿ ਇੱਦਾਂ ਦਾ ਕਾਨੂੰਨ ਦੇ ਵਿੱਚ ਪ੍ਰੋਵੀਜ਼ਨ ਹੈਗੀ ਆ। ਉਸ ਤੋਂ ਬਾਅਦ ਫਿਰ ਜਿਹੜੇ ਸਾਡੇ ਯੂਥ ਜਿਹੜੇ ਫੜੇ ਹੋਏ ਆ ਇਸ ਕੇਸਿਸ ਦੇ ਵਿੱਚ, ਉਹਨਾਂ ਨੂੰ ਵੀ ਥਰੂ ਸਾਡੇ ਜਿਹੜੇ SSPs ਤੇ CPs ਦੇ ਥਰੂ ਉਹਨਾਂ ਨੂੰ ਪ੍ਰੇਰਿਤ ਕਰਾਂਗੇ ਕਿ ਇਹਦਾ ਇਸ ਪ੍ਰੋਵੀਜ਼ਨ ਦਾ ਫਾਇਦਾ ਉਠਾਉਣ। ਸਰ ਤੁਸੀਂ ਆਪਣੀ ਪੁਲਿਸ ਡਿਪਾਰਟਮੈਂਟ 'ਚ ਜੋ SHO ਲੈਵਲ ਹੈ ਜਾਂ ਰੂਟ ਲੈਵਲ 'ਤੇ ਕੰਮ ਕਰਦੇ ਆ, ਉਹਨਾਂ ਨੂੰ ਕੋਈ ਆਰਡਰ ਇਸ ਤਰੀਕੇ ਤੇ ਜਾਰੀ ਕਰ ਰਹੇ ਹੋ ਵੀ ਜੋ ਇਸ ਤਰੀਕੇ ਦਾ ਕੋਈ ਪਕੜਿਆ ਜਾਂਦਾ ਸਮਾਲ ਕੁਆਂਟੀਟੀ ਵਾਲਾ, ਉਹਨਾਂ ਵੱਲੋਂ ਦੱਸਿਆ ਜਾਵੇ ਮੌਕੇ 'ਤੇ ਵੀ? ਇਹ ਕਰਾਂਗੇ ਜੀ, ਜ਼ਰੂਰ ਕਰਾਂਗੇ। ਔਰ ਉਹਨਾਂ ਨੂੰ, ਕਿਉਂਕਿ ਅਵੇਅਰਨੈਸ ਜਿਹੜੀ ਆ ਲਾਅ ਦੀ ਆਮ ਪਬਲਿਕ ਨੂੰ ਹੋਣੀ ਵੀ ਬੜੀ ਜ਼ਰੂਰੀ ਹੈ। ਸੋ ਇਸ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕੀਤੀ ਜਾਵੇਗੀ, ਕਿਉਂਕਿ ਅਲਟੀਮੇਟਲੀ ਆਪਣਾ ਏਮ ਸਾਰਿਆਂ ਦਾ ਹੈਗਾ ਕਿ ਜਿਹੜਾ ਯੂਥ ਗਲਤ ਪਾਸੇ ਤੁਰਿਆ ਹੋਇਆ ਉਹਨੂੰ ਠੀਕ ਪਾਸੇ ਲਿਆਂਦਾ ਜਾਵੇ। ਔਰ ਜਿਹੜੇ ਲੋਕ ਕਈ ਤਾਂ ਹਾਰਡਕੋਰ ਕ੍ਰਿਮੀਨਲਸ ਹੁੰਦੇ ਆ, ਤਦੇ ਇਹਨੂੰ ਸਮਾਲ ਕੁਆਂਟੀਟੀ ਜਾਂ 27 ਦੀ ਗੱਲ ਆਪਾਂ ਕਰਦੇ ਹਾਂ ਕਿ ਉਹ ਲੋਕ ਹੋਣਗੇ ਜਿਹੜੇ ਸ਼ਾਇਦ ਇਸ ਦੇ ਵਿੱਚ 100% ਇਨਵੋਲਵ ਨਹੀਂ ਹੋਣਗੇ, ਪਰ ਕਿਸੇ ਨਾ ਕਿਸੇ ਕਾਰਨ ਕਰਕੇ ਫਸ ਗਏ। ਸੋ ਇਹ ਕ੍ਰਿਮੀਨਲਸ ਵਾਸਤੇ ਨਹੀਂ ਹੈ, ਇਹ ਉਸ ਯੂਥ ਵਾਸਤੇ ਜਿਹਨੂੰ ਆਪਾਂ ਪਟਕਿਆ ਹੋਇਆ ਕਹਿੰਦੇ, ਉਹਦੇ ਵਾਸਤੇ। ਗਿੱਲ ਸਾਹਿਬ, ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ, ਜਿਸ ਵਿੱਚ ਗੁਰਪ੍ਰਤਾਪ ਪੰਨੂ ਦੀ ਜਿਹੜੀ ਕਹੀ ਜਾ ਰਹੀ ਹੈ ਕਿ ਲੁਧਿਆਣੇ ਦੀ ਵੀਡੀਓ ਹੈ, ਇਹਦੇ ਬਾਰੇ ਕੁਝ ਪਤਾ ਚੱਲ ਸਕਿਆ ਕਿ ਕਿੱਥੋਂ ਦੀ ਵੀਡੀਓ? ਨਹੀਂ, ਅਜੇ ਪਤਾ ਨਹੀਂ ਲੱਗਿਆ ਜੀ, ਅਜੇ ਉਹ ਵੈਰੀਫਾਈ ਕਰ ਰਹੇ ਆ, ਕੰਸਰਨਡ ਆਫੀਸਰਸ ਕਰ ਰਹੇ। ਕੁਝ ਪਤਾ ਲੱਗੇਗਾ ਤਾਂ ਫਿਰ ਮੀਡੀਆ ਨੂੰ ਦੱਸਦੇ ਹਾਂ। ਗਿੱਲ ਸਾਹਿਬ, ਇਹ ਕੋਈ ਹੈ ਤੁਹਾਡੇ ਕੋਲ ਜਿਹੜੇ ਸਮਾਲ ਜਿਹਨਾਂ ਕੋਲ 5 ਗ੍ਰਾਮ ਤੋਂ ਹੇਠਾਂ ਇਹਦੇ ਵਿੱਚ ਕਿੰਨੀ ਗਿਣਤੀ ਹੈ ਜੀ ਉਹਨਾਂ ਦੀ, ਕੋਈ ਮਾਮਲੇ ਦਰਜ ਹੋਏ? ਦੇਖੋ, ਐਗਜ਼ੈਕਟ ਨੰਬਰ ਨਹੀਂ ਅੱਜ ਹੋਊਗਾ ਮੇਰੇ ਕੋਲੇ, ਪਰ ਜੇ ਤੁਸੀਂ ਚਾਹੋਗੇ ਤਾਂ ਆਪਾਂ ਨੈਕਸਟ ਟਾਈਮ ਡਿਸਕਸ ਕਰ ਸਕਦੇ ਹਾਂ ਕਿ ਕਿੰਨੇ ਇਹੋ ਜਿਹੇ ਅਕਿਊਜ਼ਡ ਨੇ ਜਿਹੜੇ ਸਮਾਲ ਕੁਆਂਟੀਟੀ ਦੇ ਵਿੱਚ ਫੜੇ ਹੋਏ ਆ। ਉਹ ਆਪਾਂ ਸ਼ੇਅਰ ਕਰ ਲਾਂਗੇ ਨੈਕਸਟ ਮੀਟਿੰਗ ਦੇ ਵਿੱਚ। क्या निकला है कहाँ से लाया? मेरे पास ना अभी है नहीं, उसकी डिटेल्स नहीं है मेरे पास, थोड़ी डिटेल्स लेके देन आई कैन शेयर। ਸਰ ਬਿਆਨ ਦਾ ਕੁਐਸਚਨ ਹੈਗਾ, ਸਿੱਧੂ ਮੂਸੇਵਾਲਾ ਜੋ ਕੇਸ ਹੈਗਾ ਉਹਦੇ ਵਿੱਚ ਕੀ ਨਵੀਂ ਅਪਡੇਟ ਹੈਗੀ ਹੈ? ਕਿਉਂਕਿ ਲੇਟੈਸਟ ਉਹੀ ਹੈ ਜੀ, ਉਹਦੇ ਵਿੱਚ ਜੋ ਜਿੰਨਾ ਤੁਹਾਨੂੰ ਪਤਾ ਹੈ ਕਿਉਂਕਿ ਉਹੀ ਹੈ। ਵੈਪਨਸ ਜਿਹੜੇ ਕਿਹਾ ਜਾ ਰਿਹਾ ਸੀ, ਜੋ ਖਬਰ ਨਿਕਲ ਕੇ ਆਈ ਕਿ ਉਹੀ ਵੈਪਨਸ ਯੂਜ਼ ਕੀਤੇ ਗਏ ਸੀ। ਨਹੀਂ, ਮੇਰੀ ਨੌਲੇਜ ਨਹੀਂ ਹੈ ਜੀ, ਕਿਉਂਕਿ ਉਹ ਜਿਹੜੀ SIT ਬਣੀ ਹੋਈ ਆ, ਉਹ ਸਮੇਂ-ਸਮੇਂ ਤੇ ਉਹ SIT ਜਾਂ ਜਿਹੜੇ AGTF ਦੇ ਮਾਨਯੋਗ ADGP ਸਾਹਿਬ ਆ, ਉਹ ਜਦੋਂ ਕੋਈ ਨਵੀਂ ਡਿਵੈਲਪਮੈਂਟ ਹੋਊਗੀ ਸ਼ੇਅਰ ਕਰਨਗੇ ਉਹਦੇ ਨਾਲ। ਉਹ ਇਨਵੈਸਟੀਗੇਸ਼ਨ ਜਿਹੜੀ ਆ ਉਹ ਪੀਸਮੀਲ 'ਚ ਨਹੀਂ ਸ਼ੇਅਰ ਕੀਤੀ ਜਾਂਦੀ ਸਾਡੇ ਨਾਲ। ਉਹ ਜਦੋਂ ਵੀ ਕੋਈ ਨਵੀਂ ਕੋਈ ਡਿਵੈਲਪਮੈਂਟ ਹੋਏਗੀ ਉਹ ਨਾਲ ਦੀ ਨਾਲ ਸ਼ੇਅਰ ਕਰਨਗੇ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ।